ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਆਵਰ ਕਿਆ ਜਾਣੈ ਕੋਇ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਆਵਰ ਕਿਆ ਜਾਣੈ ਕੋਇ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵਡਭਾਗੇ ਹੋ ਆਪ ਜੀ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਏ, ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾ ਕੇ ਗਏ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮੁਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਪਾਵਨ ਸ਼ਬਦ ਧਨਾਸਰੀ ਰਾਗ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 670 ਤੇ ਸੁਭਾਏਮਾਨ ਹੈ। ਸਤਿਗੁਰੂ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਸਿੱਖਿਆ ਉਪਦੇਸ਼ ਜੀਵਨ ਜਿਉਣ ਵਾਸਤੇ ਸਾਨੂੰ ਪ੍ਰਦਾਨ ਕਰਦੇ ਨੇ, ਆਓ ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਸਤ ਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਇਸ ਸੁਭਾਗੇ ਸਮੇਂ ਦੀ ਸੰਭਾਲ ਆਪਣੇ ਆਪਣੇ ਟਿਕਾਣਿਆਂ ਤੇ ਦੇਸ਼ ਵਿਦੇਸ਼ ਦੇ ਅੰਦਰ ਜਿੱਥੇ ਵੀ ਬੈਠੇ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ। ਰਸਨ ਕਰੋ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਤਨਾਸਰੀ ਰਾਗ ਹੈ। ਮਹੱਲਾ ਚੌਥਾ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਪਹਿਲੀ ਪੰਕਤੀ ਰਹਾਉ ਦੀ ਸਤਿਗੁਰੂ ਕਿਰਪਾ ਕਰ ਰਹੇ ਨੇ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਇੱਥੇ ਸ਼ਾਹ ਤੋਂ ਭਾਵ ਪਾਤਸ਼ਾਹ। ਬਾਣੀ ਵਿੱਚ ਵਾਹਿਗੁਰੂ ਪਰਮਾਤਮਾ ਨੂੰ ਰਾਜ਼ਾਨ ਰਾਜ ਵੀ ਕਿਹਾ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਆਪਾਂ ਰੋਜ਼ ਪੜ੍ਹਦੇ ਹਾਂ। ਭਗਤ ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਕਥਨ ਕੀਤਾ ਹੈ। ਰਾਜੇ ਬੜੇ ਹੋਣਗੇ ਪਰ ਉਹਨਾਂ ਦੇ ਰਾਜ ਦੀ ਹੱਦ ਸੀਮਤ ਹੈ। ਵਾਹਿਗੁਰੂ ਪਰਮਾਤਮਾ ਇੱਕ ਐਸਾ ਰਾਜਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਤੇ ਮਹਾਰਾਜ ਨੇ ਇਥੋਂ ਤੱਕ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਜਿਹੜੇ ਉਸ ਰਾਜੇ ਨਾਲ, ਪਾਤਸ਼ਾਹ ਨਾਲ, ਸ਼ਾਹ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਰਾਜ ਵੀ ਕੇਵਲ ਧਰਤੀ ਦੇ ਛੋਟੇ ਜਿਹੇ ਟੁਕੜੇ ਤੇ ਨਹੀਂ ਹੁੰਦਾ, ਬਲਕਿ ਉਹ ਵੀ ਖੰਡਾਂ ਬ੍ਰਹਿਮੰਡਾਂ ਦੇ ਪਾਤਸ਼ਾਹ ਬਣ ਜਾਂਦੇ ਨੇ। ਕਦੋਂ? ਜਦੋਂ ਸੱਚੇ ਪਾਤਸ਼ਾਹ ਦੀ ਉਹ ਸਿਫਤ ਆਪਣੇ ਜੀਵਨ ਦੇ ਅੰਦਰ ਕਰਦੇ ਨੇ। ਆਪ ਜੀ ਇਹ ਬਚਨ ਰੋਜ਼ਾਨਾ ਪੜ੍ਹਦੇ ਹੋ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ। ਜਿਵੇਂ ਵਾਹਿਗੁਰੂ ਪਰਮਾਤਮਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਹੇ ਮੇਰੇ ਪਾਤਸ਼ਾਹ, ਜਦੋਂ ਮੈਨੂੰ ਤੇਰੇ ਦਰਸ਼ਨ ਹੁੰਦੇ ਹਨ, ਉਸ ਵੇਲੇ ਮੈਨੂੰ ਸੁਖ ਪ੍ਰਾਪਤ ਹੁੰਦਾ ਹੈ। ਸੁਖ ਦੇ ਖੱਖੇ ਨੂੰ ਔਂਕੜ ਲੱਗਾ ਹੈ, ਜਿਸ ਦਾ ਭਾਵ ਹੈ ਆਤਮਿਕ ਸੁਖ, ਅੰਦਰ ਦਾ ਸੁਖ। ਦੁਨਿਆਵੀ ਤੌਰ ਤੇ ਬੰਦੇ ਵਕਤੀ ਤੌਰ ਤੇ ਸਾਨੂੰ ਸੁਖੀ ਨਜ਼ਰ ਆਣਗੇ, ਪਰ ਕੁਝ ਸਮੇਂ ਵਾਸਤੇ। ਰੱਬ ਦੇ ਪਿਆਰੇ ਹਰ ਵੇਲੇ ਖੇੜੇ ਵਿੱਚ ਕਿਉਂ ਰਹਿੰਦੇ ਨੇ? ਹਰ ਹਾਲਤ ਵਿੱਚ ਸੁਖੀ ਕਿਉਂ ਰਹਿੰਦੇ ਨੇ? ਉਸ ਦਾ ਕਾਰਨ ਹੈ, ਆਪਾਂ ਰੋਜ਼ ਪੜ੍ਹਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਉਹ ਹਰ ਵੇਲੇ ਸੁਖ ਵਿੱਚ ਨੇ। ਦੁੱਖ ਹੋਵੇ ਵੀ, ਦੁੱਖਾਂ ਵਿੱਚ ਘਿਰੇ ਹੋਏ ਹੋਣ ਵੀ, ਤੇ ਫਿਰ ਵੀ ਦੁੱਖ ਨੂੰ ਦੁੱਖ ਨਹੀਂ ਮੰਨਦੇ। ਆ ਵੇਖਦੇ ਆਪਾਂ
ਬਹੁਤ ਸਾਰੇ ਰੱਬ ਦੇ ਪਿਆਰੇ ਬਾਣੀ ਪੜ੍ਹਨ ਵਾਲੇ, ਬਾਣੀ ਪੜ੍ਹਾਉਣ ਵਾਲੇ, ਬਾਣੀ ਵਿਚਾਰਨ ਵਾਲੇ, ਬਾਣੀ ਵਿਚਾਰ ਕੇ ਸੁਣਾਉਣ ਵਾਲੇ, ਜੇ ਘਰ ਵਿੱਚ ਕੋਈ ਦੁਖਦਾਈ ਘਟਨਾ ਵਾਪਰ ਜਾਵੇ ਦੁਨਿਆਵੀ ਤੌਰ ਤੇ ਅਸੀਂ ਕਹਿੰਦੇ ਹਾਂ ਦੁਖੀ ਹਿਰਦੇ ਨਾਲ। ਆ ਤੁਹਾਨੂੰ ਕਾਰਡ ਕੂੜ ਆਉਂਦੇ ਨੇ ਨਾ, ਸੰਦੇਸ਼ ਆਉਂਦੇ ਨੇ, ਆਪਾਂ ਕਹਿੰਦੇ ਹਾਂ ਦੁਖੀ ਹਿਰਦੇ ਨਾਲ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ। ਸਾਡੇ ਸਤਿਕਾਰਯੋਗ ਪਿਤਾ ਹੋਵੇ, ਮਾਤਾ ਹੋਵੇ, ਭੈਣ ਹੋਵੇ, ਘਰਵਾਰੀ ਹੋਵੇ, ਪੁੱਤਰ ਹੋਵੇ, ਦੁਖੀ ਹਿਰਦਾ ਆਪਾਂ ਕਹਿੰਦੇ ਹਾਂ। ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਦੀ ਇੱਕ ਅਰਦਾਸ ਹੁੰਦੀ ਕਿਹੜੀ? ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਉਹ ਦੁਖੀ ਨਹੀਂ ਹੁੰਦੇ। ਬਾਬਾ ਨਾਨਕ ਜੀ ਦਾ ਆਗਮਨ ਪੁਰਬ ਆਪਾਂ ਮਨਾ ਰਹੇ ਹਨ। ਅੱਜ ਠੀਕ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਤਿਗੁਰਾਂ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਣਾ ਹੈ। ਕਈ ਦਿਨ ਤੋਂ ਗੁਰੂ ਕੇ ਕੀਰਤਨੀਏ ਵਾਹਿਗੁਰੂ ਦੀ ਕਿਰਪਾ ਨਾਲ ਬਾਬਾ ਨਾਨਕ ਦੀਆਂ ਸਿਫਤਾਂ ਕਰ ਰਹੇ ਨੇ ਤੇ ਸਾਧ ਸੰਗਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਜੀਵਨ ਦੇ ਅੰਦਰ ਇਹ ਤਜਰਬਾ ਦੱਸਦੇ ਨੇ, ਕੋਈ ਵੀ ਸੁਖੀ ਨਹੀਂ, ਹਰ ਬੰਦਾ ਦੁਖੀ ਹੈ। ਹਰ ਸੰਸਾਰ ਦਾ ਵਿਅਕਤੀ ਦੁਖੀ ਨਜ਼ਰ ਆ ਰਿਹਾ ਹੈ। ਕਿਉਂ? ਕਿਉਂਕਿ ਸੁਖ ਦਾ ਸਾਧਨ ਛੱਡ ਦਿੱਤਾ ਹੈ, ਸੁਖ ਦੇ ਸੋਮੇ ਨਾਲੋਂ ਟੁੱਟ ਗਏ ਹਾਂ। ਆਖਿਆ ਸੀ ਨਾ, ਡੰਕੇ ਦੀ ਆਵਾਜ਼ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ, ਸਭ ਸੁਖ ਦਾਤਾ RAM ਹੈ। ਬਸ ਸੁੱਖਾਂ ਦਾ ਦਾਤਾ ਉਹ ਹੈ। ਤੇ ਨਾਲ ਹੀ ਕਹਿ ਦਿੱਤਾ, ਦੂਸਰ ਨਾ ਹਨ ਕੋਈ, ਹੋਰ ਦੂਜਾ ਕੋਈ ਨਹੀਂ। ਬਾਬਾ ਜੀ ਦੇ ਬਚਨ ਆਪਾਂ ਪੜ੍ਹਦੇ ਹਨ, ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ ਸੰਸਾਰ। ਉਸ ਵਿੱਚ ਅਰਸ਼ਾਂ ਦੇ ਰਾਜੇ ਵੀ, ਫਰਸ਼ਾਂ ਦੇ ਰਾਜੇ ਵੀ, ਸਭ ਦਾ ਜ਼ਿਕਰ ਕਰ ਦਿੱਤਾ। ਗਿਆਨੀਆਂ ਦਾ, ਜੋਗੀਆਂ ਦਾ, ਪੰਡਤਾਂ ਦਾ ਵੀ ਜ਼ਿਕਰ ਕਰ ਦਿੱਤਾ। ਪਰ ਨਾਲ ਹੀ ਕਹਿ ਦਿੱਤਾ, ਨਾਨਕ ਦੁਖੀਆ ਸਭ ਸੰਸਾਰ। ਪਰ ਨਾਲ ਅਖੀਰ ਵਿੱਚ ਕਿਰਪਾ ਕੀਤੀ, ਮੰਨੇ ਨਾਉ ਸੋਈ ਜਿਨ ਜਾਏ, ਔਰੀ ਕਰਮ ਨ ਲੇਖੈ ਲਾਏ। ਨਾਨਕ ਦੁਖੀਆ ਸਭ ਸੰਸਾਰ ਹੈ, ਪਰ ਸੁਖੀ ਕੌਣ ਹੈ? ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਾਨੀ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਮਹਾਰਾਜ ਕਿਰਪਾ ਕਰਦੇ ਨੇ, ਮੇਰੇ ਸ਼ਾਹ ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਦੇ, ਕਿਉਂਕਿ ਤੇਰੇ ਦਰਸ਼ਨ ਕਰਕੇ ਹੀ ਆਤਮਿਕ ਸੁਖ ਪ੍ਰਾਪਤ ਹੋਣਾ ਹੈ। ਰੱਬ ਦਾ ਸਰੀਰ ਹੈ, ਸਤਿਗੁਰੂ ਜੀ ਆਖਦੇ ਨੇ ਨਹੀਂ, ਫਿਰ ਦਰਸ਼ਨ ਕਿਵੇਂ ਕਰਾਂਗੇ? ਨਾ ਕੋਈ ਰੰਗ ਹੈ, ਨਾ ਕੋਈ ਰੂਪ ਹੈ, ਨਾ ਰੇਖ ਹੈ। ਆਪ ਜੀ ਰੋਜ਼ ਪੜ੍ਹਦੇ ਹੋ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਉ ਗੁਣ ਤੇ ਪ੍ਰਭ ਭਿੰਨ, ਤਿਸੇ 부ਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਮਹਾਰਾਜ ਕਿਰਪਾ ਕਰਦੇ ਨੇ। ਦਰਸ਼ਨ ਕਰਨਗੇ ਕਿੱਥੇ ਹੋਣਗੇ, ਕਿਵੇਂ ਹੋਣਗੇ? ਨਾਰਦ ਮੁਨੀ ਨੇ ਸਵਾਲ ਕੀਤਾ। ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ। ਆਪਾਂ ਪੜ੍ਹਦੇ ਹਨ, ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗਤ ਮੇਰੋ ਨਿਜ ਰੂਪ ਹੈ। ਵਿੱਚ ਸੰਗਤ ਹਰਿ ਪ੍ਰਭ ਬਸੇ ਜੀਓ। ਕੱਲ ਆਪਾਂ ਪੜ੍ਹ ਰਹੇ ਸੀ ਨਾ, ਮੰਗਰ ਮਾਹੇ ਸੁਹੰਦੀਆਂ ਪਰਸੋਂ।
ਹਰ ਪਿਰ ਸੰਗ ਬੈਠੜੀਆਂ। ਪਿਰ ਨਾਲ ਕੌਣ ਬੈਠੇਗਾ? ਜਿਹੜਾ ਗੁਰੂ ਕੀ ਸੰਗਤ ਵਿੱਚ ਆਵੇਗਾ। ਬਾਬਾ ਨਾਨਕ ਨੇ ਸਭ ਤੋਂ ਵੱਡਾ ਪਰ ਉਪਕਾਰ ਸਾਡੇ ਕਲਯੁਗੀ ਜੀਵਾਂ ਦੇ ਉੱਤੇ ਇਹ ਕੀਤਾ ਕਿ ਸਾਨੂੰ ਗੁਰੂ ਦੀ ਸੰਗਤ ਬਖਸ਼ੀ, ਧਰਮਸ਼ਾਲਾ ਬਣਾਈਆਂ ਤੇ ਆਖਿਆ ਇਹਨਾਂ ਦੇ ਵਿੱਚ ਬੈਠ ਕੇ ਸਤ ਸੰਗਤ ਕਰਿਆ ਕਰੋ, ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰੋ, ਵਾਹਿਗੁਰੂ ਦੀ ਉਸਤਤ ਕਰੋ, ਕਿਉਂਕਿ ਸੁਖ ਮਿਲਣਾ ਕਦੋਂ? ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ। ਰੱਬ ਦੇ ਦਰਸ਼ਨ ਸਤਿਗੁਰਾਂ ਨੇ ਮੰਗਤੇ ਬਣ ਕੇ ਮੰਗੇ, ਮੰਗਤੇ ਬਣ ਕੇ, ਭਿਖਾਰੀ ਬਣ ਕੇ, ਹੱਥ ਦੋਵੇਂ ਜੋੜ ਕੇ ਆਖਿਆ ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ। ਦਰਸ਼ਨ ਮੰਗੇ ਭਿਖਾਰੀ ਬਣ ਕੇ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਨਦਿਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਕਿਉਂਕਿ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗੇ ਕਾ ਬਸੀਠ। ਧਿਆਨ ਦੇਵਿਓ, ਆਮ ਲੋਕ ਜੁੜਿਆ ਨੂੰ ਜੋੜਦੇ ਨੇ, ਜੁੜਿਆ ਨੂੰ ਜੋੜਦੇ ਨੇ, ਪਰ ਟੁੱਟਿਆਂ ਨੂੰ ਜੋੜਨ ਵਾਲੇ ਕੌਣ ਨੇ? ਬਾਬਾ ਨਾਨਕ ਜੀ। ਜਿਨ੍ਹਾਂ ਦੇ ਦੁਨਿਆਵੀ ਗੁਰੂਆਂ ਨੇ ਸਰਾਫ ਦੇ ਦਿੱਤੇ, ਜਿਹੜੇ ਟੁੱਟ ਗਏ ਦੁਨੀਆ ਨਾਲੋਂ, ਇੱਥੋਂ ਤੱਕ ਕਿ ਉਹ ਲੋਕਾਂ ਦੇ ਵਿੱਚ ਰਾਖਸ਼ ਮੰਨੇ ਜਾਣ ਲੱਗ ਪਏ। ਰਾਖਸ਼ ਹੈ ਬੰਦੇ ਹੀ ਸਨ। ਕੌਡਾ ਭੀਲ ਕੌਣ ਸੀ? ਬੰਦਾ। ਪਰ ਉਸ ਦੇ ਗੁਰੂ ਨੇ ਸਰਾਫ ਦੇ ਦਿੱਤਾ, ਪਰ ਨਾਲ ਹੀ ਬੇਨਤੀ ਕੀਤੀ ਕਦੋਂ ਮਿਲਾਪ ਹੋਵੇਗਾ, ਕਦੋਂ ਫਿਰ ਮੇਰਾ ਇਹ ਸਰਾਫ ਟੁੱਟੇਗਾ। ਤੇ ਸਾਧ ਸੰਗਤ ਇਸ਼ਾਰਾ ਬਾਬਾ ਨਾਨਕ ਜੀ ਵੱਲ ਹੈ। ਮੈਂ ਬੇਨਤੀ ਕਰ ਰਿਹਾ, ਬਾਬਾ ਨਾਨਕ ਨੇ ਟੁੱਟਿਆਂ ਨੂੰ ਜੋੜਿਆ, ਸਰਾਫਿਆਂ ਨੂੰ ਜੋੜਿਆ, ਜਿਨ੍ਹਾਂ ਨੂੰ ਕੋਈ ਜੋੜ ਨਹੀਂ ਸੀ ਸਕਦਾ ਉਹਨਾਂ ਉੱਤੇ ਵੀ ਕਿਰਪਾ ਕੀਤੀ। ਪਰ ਕਿਵੇਂ? ਆਪ ਜੀ ਭਾਈ ਸਾਹਿਬ ਜੀ ਦੇ ਬਚਨ ਪੜ੍ਹਦੇ ਹੋ ਨਾ, ਕਲ ਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਨਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਬੜੇ ਸ਼ਬਦ ਨੇ ਪਾਵਨ ਬਾਣੀ ਦੇ ਅੰਦਰ, ਜਿਸ ਵਿੱਚ ਬਾਰ-ਬਾਰ ਮੰਗ ਕੀਤੀ ਗਈ ਕਿ ਵਾਹਿਗੁਰੂ ਕਿਰਪਾ ਕਰੋ, ਆਪਣੇ ਦਰਸ਼ਨ ਦਿਓ। ਇੱਥੋਂ ਤੱਕ ਆਖ ਦਿੱਤਾ, ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕੋਈ ਵੀ ਜਿਹੜਾ ਮਿਲਿਆ ਹੋਇਆ ਮੈਨੂੰ ਪਿਆਰੇ ਦੇ ਨਾਲ ਮਿਲਾ ਦੇਵੇ, ਮੈਂ ਉਸ ਤੋਂ ਸਦਕੇ ਜਾਣਾ, ਉਸ ਤੋਂ ਬਲਿਹਾਰ ਜਾਣਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਇਹ ਮੇਰੇ ਪਾਤਸ਼ਾਹ ਵਾਹਿਗੁਰੂ ਜੀ, ਤੇਰੇ ਦਰਸ਼ਨਾਂ ਨਾਲ ਹੀ ਮੈਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਹਮਰੀ ਬੇਦਨ ਤੂ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ। ਮੇਰੀ ਅੰਦਰ ਦੀ ਪੀੜਾ ਤੂੰ ਹੀ ਜਾਣਦਾ ਹੈ, ਹੋਰ ਮੇਰੀ ਅੰਦਰ ਦੀ ਪੀੜਾ ਨੂੰ ਕੋਈ ਨਹੀਂ ਜਾਣਦਾ। ਮੇਰੀ ਅੰਦਰ ਦੀ ਪੀੜਾ ਤੂੰ ਨਹੀਂ ਜਾਣਦਾ, ਕਿਉਂਕਿ ਜਾਂ ਕੇ ਅੰਤਰ ਦਰਦ ਨ ਪਾਈ, ਸੋ ਕਤ ਜਾਣੈ ਪੀਰ ਪਰਾਈ। ਜਾਂ ਕੇ ਅੰਤਰ ਦਰਦ ਨ ਪਾਈ। ਮਹਾਰਾਜ ਆਖਦੇ ਨਾ, ਜਿਨ੍ਹਾਂ ਅੰਦਰ ਉਮਰ ਥਲ ਸਈ ਜਾਣਨ ਸੂਲੀਆ। ਮੇਰੀ ਮੇਦਨ ਨੂੰ, ਮੇਰੀ ਅੰਦਰ ਦੀ ਪੀੜਾ ਨੂੰ ਕੇਵਲ ਤੂੰ ਜਾਣਦਾ। ਆਇਆ ਸੀ ਨਾ ਵੈਦ ਹਰਦਾਸ, ਜਦੋਂ ਪਿਤਾ ਜੀ ਨੇ ਮੰਗਵਾਇਆ, ਰਿਸ਼ਤੇਦਾਰਾਂ ਦੇ ਕਹਿਣ ਤੇ, ਸਤਿਗੁਰੂ ਜੀ ਕੁਝ ਖਾਂਦੇ ਨੇ, ਕੁਝ ਪੀਂਦੇ ਨਹੀਂ, ਬਹੁਤਾ ਬੋਲਦੇ ਨਹੀਂ, ਕਿਸੇ ਨਾਲ ਗੱਲਬਾਤ ਨਹੀਂ ਕਰਦੇ। ਵੈਦ ਸੱਦ ਲਿਆ ਤੇ ਵੈਦ ਨੇ ਬਾਂਹ ਫੜ ਕੇ ਆਪਣੀ ਵੈਦਗੀ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ। ਵੈਦ ਬੁਲਾਇਆ, ਵੈਦਗੀ ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣਈ, ਕਰ ਕਰੇਜੇ ਮਾਹੇ।
ਕਰਕ ਤਾਂ ਅੰਦਰ ਹੈ, ਪੀੜਾ ਤਾਂ ਅੰਦਰ ਹੈ। ਮਹਾਰਾਜ ਆਖਦੇ ਨੇ ਤੂੰ ਸਿਆਣਾ ਵੈਦ ਤਾਂ ਹੈ, ਵੈਦਾਂ ਵਿੱਚੋਂ ਵੈਦ ਤੂੰ ਤਾਂ ਹੈ ਜੇ ਮੇਰੇ ਅੰਦਰ ਦੀ ਪੀੜਾ ਨੂੰ ਪਹਿਚਾਨੇ, ਜੇ ਮੇਰੇ ਅੰਦਰ ਦੇ ਦਰਦ ਨੂੰ ਜਾਣੇ। ਜਿਹੜੀ ਦਵਾਈ ਤੂੰ ਦੇਣੀ ਹੈ ਇਸ ਨਾਲ ਮੇਰੀ ਅੰਦਰ ਦੀ ਪੀੜਾ ਨਹੀਂ ਮੁੱਕਣੀ। ਮਹਾਰਾਜ ਕਿਰਪਾ ਕਰਦੇ ਨੇ, ਮੇਰੀ ਪੀੜਾ ਨੂੰ, ਜਿਹੜੀ ਮੇਰੇ ਅੰਦਰ ਹੈ, ਮੇਰੇ ਅੰਦਰ ਦਰਦ ਹੈ, ਪੜ੍ਹਦੇ ਹਾਂ ਆਪਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਰ ਸੁਜਾਨੀ, ਤਿਨ ਹੀ ਸੁਨਿਆ ਦੁਖ ਸੁਖ ਮੇਰਾ ਤਉ ਬਿਦ ਨੇਕੀ ਖਟਾਨੀ, ਜੀ ਕੀ ਏਕ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬੋ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਐ ਮੇਰੇ ਪਾਤਸ਼ਾਹ, ਮੇਰੀ ਅੰਦਰ ਦੀ ਵੇਦਨ ਨੂੰ ਤੂੰ ਜਾਣਦਾ, ਪੀੜਾ ਨੂੰ ਤੂੰ ਜਾਣਦਾ, ਹੋਰ ਕੋਈ ਨਹੀਂ ਜਾਣਦਾ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਐ ਮੇਰੇ ਸੱਚੇ ਮਾਲਕ, ਤੂੰ ਸਦਾ ਹੀ ਅਟਲ ਹੈ ਤੇ ਜੋ ਕੁਝ ਤੂੰ ਕਰਦਾ ਹੈ, ਬੰਦੇ ਦੇ ਕੀਤੇ ਵਿੱਚ ਉਕਾਈਆਂ ਹੋ ਸਕਦੀਆਂ ਨੇ, ਕਮੀਆਂ ਹੋ ਸਕਦੀਆਂ ਨੇ, ਪਰ ਤੇਰੇ ਕੀਤੇ ਕੰਮ ਦੇ ਵਿੱਚ ਕੋਈ ਉਕਾਈ ਨਹੀਂ, ਕੋਈ ਭੁੱਲ ਨਹੀਂ। ਤੇ ਬਾਰੀ ਅੰਦਰ ਸਤਿਗੁਰਾਂ ਨੇ ਕਿਰਪਾ ਕੀਤੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਦੋ ਸ਼ਕਤੀਆਂ ਅਭੁੱਲ ਨੇ, ਜਾਂ ਵਾਹਿਗੁਰੂ ਜਾਂ ਵਾਹਿਗੁਰੂ ਦਾ ਰੂਪ ਗੁਰੂ। ਕਿਉਂਕਿ ਆਖਿਆ ਨਾ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਨਾਇਆ। ਸਤਿਗੁਰੂ ਮਿਲਿਆ ਸਦਾ ਮੁਕਤ ਹੈ। ਮਹਾਰਾਜ ਆਖਦੇ ਨੇ, ਗੁਰੂ ਤੋਂ ਬਗੈਰ ਕਿਸੇ ਨੂੰ ਨਹੀਂ ਮਿਲਿਆ, ਕਿਉਂਕਿ ਗੁਰੂ ਨੇ ਆਪਾ, ਵਾਹਿਗੁਰੂ ਨੇ ਆਪਣਾ ਆਪ ਗੁਰੂ ਦੇ ਵਿੱਚ ਰੱਖਿਆ। ਤੇ ਸਤਿਗੁਰੂ ਨੂੰ ਮਿਲ ਕੇ ਬੰਧਨਾਂ ਤੋਂ ਖਲਾਸੀ ਪ੍ਰਾਪਤ ਹੁੰਦੀ ਹੈ, ਕਿਉਂਕਿ ਵਾਹਿਗੁਰੂ ਨਾਲ ਹੀ ਗੁਰੂ ਜੋੜਦਾ ਹੈ। ਸਤਿਗੁਰੂ ਵਿਟੋਂ ਵਾਰਿਆ, ਮਹਾਰਾਜ ਆਖਦੇ ਨੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ। ਜਿਤ ਮਿਲਿਆ ਖਸਮ ਸੰਭਾਲਿਆ। ਜਿਹਨੂੰ ਮਿਲ ਕੇ ਖਸਮ ਨਾਲ, ਖਸਮ ਦੀ ਯਾਦ ਅੰਦਰ ਆਂਦੀ ਹੈ। ਕਿਉਂਕਿ ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਨ ਜਾ ਰਿਹਾ। ਸਤਿਗੁਰੂ ਹੈ ਬੋਇਥਾ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਮਹਾਰਾਜ ਕਿਰਪਾ ਕਰਦੇ ਨੇ, ਮਾਲਕ ਵੀ ਤੂੰ ਸੱਚਾ ਹੈ, ਸਦਾ ਅਟਲ ਰਹਿਣ ਵਾਲਾ ਹੈ। ਤੇਰੇ ਕੀਤੇ ਦੇ ਵਿੱਚ ਕੋਈ ਉਕਾਈ ਨਹੀਂ। ਭਾਵ ਤੇਰੇ ਕੀਤੇ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਵਾਹਿਗੁਰੂ ਨੇ ਗਲਤ ਕੀਤਾ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਹੋਸ਼ੀ ਮਤ ਦੇ ਨਾਲ, ਮੇਰੇ ਨਾਲ ਰੱਬ ਨੇ ਧੱਕਾ ਕੀਤਾ ਜੀ, ਰੱਬ ਵੀ ਸਾਡੇ ਨਾਲ ਧੱਕਾ ਕਰ ਰਿਹਾ ਜੀ। ਨਹੀਂ, ਰੱਬ ਜੋ ਕਰਦਾ ਠੀਕ ਕਰਦਾ, ਰੱਬ ਗਲਤ ਨਹੀਂ ਕਰਦਾ। ਸਾਡੇ ਕੋਲ ਸੋਝੀ ਨਹੀਂ ਕਿ ਅਸੀਂ ਇਹ ਗੱਲ ਸਮਝ ਸਕੀਏ ਕਿ ਵਾਹਿਗੁਰੂ ਪਰਮਾਤਮਾ ਦਾ ਕੀਤਾ ਹੋਇਆ ਜਿਹੜਾ ਨਾ ਸਭ ਸੱਚ ਹੈ, ਉਸ ਵਿੱਚ ਕੋਈ ਉਕਾਈ ਨਹੀਂ। ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀ ਕੋਏ। ਵਾਹਿਗੁਰੂ ਜੀ, ਝੂਠਾ ਕਿਹਨੂੰ ਆਖੀਏ, ਕਿਉਂਕਿ ਸਾਰਿਆਂ ਵਿੱਚ ਤੂੰ ਹੈ, ਤੇਰੇ ਤੋਂ ਬਗੈਰ ਹੋਰ ਕੋਈ ਹੈ ਨਹੀਂ। ਫਰੀਦਾ ਖਾਲਕ ਖਲਕ ਮੈਂ, ਖਲਕ ਰੱਬ ਵਸੇ ਰਬ ਮਾਏ। ਮੰਦਾ ਕਿਸ ਨੂੰ ਆਖੀਏ, ਦੂਜਾ ਕੋਈ ਨਾ ਹੈ, ਦੂਜਾ ਹੈ ਹੀ ਨਹੀਂ, ਸਾਰਿਆਂ ਵਿੱਚ ਉਹ ਹੈ। ਫਿਰ ਮੰਦਾ ਕਿਹਨੂੰ ਕਵਾਂਗੇ, ਝੂਠਾ ਕਿਹਨੂੰ ਕਵਾਂਗੇ। ਇਸੇ ਵਾਸਤੇ ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਬਾਣੀ ਦੇ ਅੰਦਰ, ਉਲਾਨੋ ਮੈਂ ਕਾਹੂ ਨਾ ਦਿਓ, ਮਨ ਮੀਟ ਤੁਹਾਰੋ ਕੀਓ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਮਹਾਰਾਜ ਨੇ ਆਖਿਆ ਨਾ, ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਰਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਸਭਨਾ ਵਿੱਚ ਤੂੰ ਵਰਤਦਾ ਸਾਹਾ,
ਸਭ ਤੁਝੇ ਧਿਆਵਹਿ ਦਿਨ ਰਾਤ। ਵਾਹਿਗੁਰੂ ਜੀ, ਸਾਰਿਆਂ ਵਿੱਚ ਤੂੰ ਵਰਤ ਰਿਹਾ, ਸਾਰਿਆਂ ਵਿੱਚ ਤੇਰੀ ਜੋਤ ਹੈ, ਤੇ ਸਾਰੇ ਹੀ ਤੈਨੂੰ ਧਿਆ ਰਹੇ ਨੇ ਦਿਨ ਰਾਤ, ਲਗਾਤਾਰ ਇੱਕ ਰਸ ਤੇਰਾ ਸਿਮਰਨ ਕਰ ਰਹੇ ਨੇ, ਤੇਰੇ ਧਿਆਨ ਵਿੱਚ ਜੁੜੇ ਹੋਏ ਨੇ। ਧਿਆਨ ਦੇਵਿਓ, 100 ਦਰ 3 ਜਗ੍ਹਾ ਤੇ ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਜਪ ਬਾਣੀ ਦੇ ਵਿੱਚ, ਰਹਿਰਾਸ ਦੇ ਅੰਦਰ, ਤੇ ਫਿਰ 100 ਦਰ ਰਾਗ ਦੇ ਵਿੱਚ। ਸਤਿਗੁਰਾਂ ਨੇ ਥੋੜਾ ਥੋੜਾ ਅੰਤਰ ਪਾਇਆ ਹੈ, ਅਰਥ ਇੱਕੋ ਹੀ ਨਹੀਂ, ਅਰਥਾਂ ਦਾ ਕੋਈ ਬਹੁਤਾ ਫਰਕ ਨਹੀਂ, ਪਰ ਜਿਹੜੇ ਨੇ ਨਾ ਅੱਖਰ, ਉਹਨਾਂ ਦਾ ਥੋੜਾ ਜਿਹਾ ਅਦਲ ਬਦਲ ਕੀਤਾ ਹੈ। ਹੁਣ ਤਿੰਨਾਂ ਹੀ ਪੌੜੀਆਂ ਨੂੰ ਪੜ੍ਹੀਏ, ਕੌਣ ਕੌਣ ਧਿਆ ਰਿਹਾ ਹੈ, ਕੌਣ ਕੌਣ ਗਾ ਰਿਹਾ ਹੈ। ਸਤਿਗੁਰਾਂ ਦੇ ਧਿਆਨ ਵਿੱਚ ਜਿੰਨੇ ਆਏ, ਅਜੇ ਹੋਰ ਵੀ ਹੋਣਗੇ ਜਿਹੜੇ ਗਾ ਰਹੇ ਹੋਣਗੇ। ਮਹਾਰਾਜ ਆਖਦੇ ਨੇ ਗਾਉਣ ਵਾਲੇ ਹੋਰ ਵੀ ਹੋਣਗੇ, ਪਰ ਜਿੰਨੀ ਕੁ ਮੈਨੂੰ ਤੂੰ ਅਕਲ ਬਖਸ਼ੀ, ਮੈਨੂੰ ਸੋਝੀ ਬਖਸ਼ੀ, ਉਹਨਾਂ ਕੁ ਮੈਂ ਦੱਸ ਦਿੱਤਾ, ਤੈਨੂੰ ਆ ਵੀ ਗਾ ਰਿਹਾ, ਤੈਨੂੰ ਆ ਵੀ ਗਾ ਰਿਹਾ। ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਅਜੇ ਹੋਰ ਵੀ ਗਾ ਰਹੇ ਹੋਣਗੇ, ਦਾਵਾ ਕੋਈ ਨਹੀਂ ਵੀ ਮੈਂ ਸਾਰੇ ਗਿਣ ਦਿੱਤੇ ਨੇ, ਨਹੀਂ, ਅਜੇ ਹੋਰ ਵੀ ਗਾ ਰਹੇ ਹੋਣਗੇ, ਮੇਰੇ ਧਿਆਨ ਵਿੱਚ ਨਹੀਂ ਹੋਣਗੇ। ਇਹ ਹੈ ਸਾਧ ਸੰਗਤ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰਨ ਦਾ ਢੰਗ। ਸਤਿਗੁਰੂ ਦਾ ਕੋਈ ਮਕਸਦ ਨਹੀਂ ਕਿਸੇ ਦੇ ਧਰਮ ਅਸਥਾਨ ਤੇ ਜਾ ਕੇ ਕਿਸੇ ਦੇ ਧਰਮ ਅਸਥਾਨ ਨੂੰ ਨਿੰਦਣਾ, ਜਾਂ ਕਿਸੇ ਧਾਰਮਿਕ ਬੰਦੇ ਨੂੰ ਨਿੰਦਣਾ, ਜਾਂ ਕਿਸੇ ਦੇ ਧਾਰਮਿਕ ਰਸਮ ਨੂੰ ਨਿੰਦਣਾ। ਨਹੀਂ, ਸਤਿਗੁਰੂ ਮਹਾਰਾਜ ਦਾ ਇਹ ਨਹੀਂ ਸਿਧਾਂਤ, ਕਿਉਂਕਿ ਸਤਿਗੁਰੂ ਤਾਂ ਸਭਨਾਂ ਨਾਲ ਪਿਆਰ ਕਰਦੇ ਨੇ। ਜਗਤ ਵਿੱਚ ਗੁਰੂ ਗੁਰੂ ਰਿਹਾ ਹੈ, ਪੀਰ ਪੀਰ ਰਿਹਾ ਹੈ। ਪੀਰ ਨੂੰ ਮੰਨਣ ਵਾਲੇ ਪੀਰ ਨੂੰ ਮੰਨਣਗੇ, ਗੁਰੂ ਨੂੰ ਮੰਨਣ ਵਾਲੇ ਗੁਰੂ ਨੂੰ ਮੰਨਣਗੇ। ਪਰ ਜੇ ਇੱਕੋ ਟਾਈਮ ਗੁਰੂ ਵੀ ਹੈ ਤੇ ਪੀਰ ਵੀ ਹੈ, ਉਹ ਕੌਣ ਹੈ? ਬਾਬਾ ਨਾਨਕ। ਜੇ ਹਿੰਦੂ ਹੈ ਮੰਦਿਰ ਵਿੱਚ ਜਾਏਗਾ, ਜੇ ਮੁਸਲਮਾਨ ਹੈ ਮਸਜਿਦ ਵਿੱਚ ਜਾਏਗਾ। ਹਿੰਦੂ ਮਸਜਿਦ ਵਿੱਚ ਨਹੀਂ ਜਾਏਗਾ, ਮੁਸਲਮਾਨ ਮੰਦਿਰ ਵਿੱਚ ਨਹੀਂ ਜਾਏਗਾ। ਪਰ ਬਾਬਾ ਨਾਨਕ ਹੈ ਜਿਹੜਾ ਮਸਜਿਦ ਵਿੱਚ ਵੀ ਗਿਆ ਹੈ, ਜਿਹੜਾ ਮੱਕੇ ਵਿੱਚ ਵੀ ਗਿਆ ਹੈ, ਜਿਹੜਾ ਜਗਨਨਾਥਪੁਰੀ ਦੇ ਵਿੱਚ ਵੀ ਗਿਆ ਹੈ, ਤੇ ਉੱਥੇ ਜਾ ਕੇ ਸਮਝਾਇਆ ਕੀ ਹੈ। ਵਿਰੋਬਾ ਭਾਵੇ ਨੇ ਇੱਕ ਵਾਰੀ ਆਪਣੇ ਮਨ ਦੀ ਇੱਛਾ ਪ੍ਰਗਟ ਕੀਤੀ। ਸਾਧ ਸੰਗਤ ਗੁਰੂ ਕੇ ਕੀਰਤਨੀਏ ਭਾਈ ਧਰਮ ਸਿੰਘ ਜੀ ਜ਼ਖਮੀ ਆਖਣ ਲੱਗੇ, ਤੁਸੀਂ ਰਾਗਾਂ ਦੇ ਜਾਣਕਾਰ ਹੋ ਤੇ ਕਿਰਪਾ ਕਰੋ, ਧਨਾਸਰੀ ਰਾਗ ਦੇ ਅੰਦਰ ਜਿਹੜਾ ਬਾਬਾ ਜੀ ਨੇ ਗਾਵਿਆ ਹੈ ਨਾ, ਆਰਤੀ ਵਾਲਾ ਸ਼ਬਦ, ਗगन में थाल रवचन दीपक बने तारका मंडल जनक मोती वाला, मैनू कृपा करके सुनाओ। भाई धर्म सिंह जी ने सुनाया जखमी जी ने, ते सुन के विनोबा भावे अछ अछ कर उठे, कहन लगे इस तो घट जगन्नाथ की आरती की होनी चाहिए, इस तो घट जगन्नाथ की आरती की होनी चाहिए। ਤੇ ਜਦੋਂ ਰਵਿੰਦਰਨਾਥ ਨੂੰ ਟੈਗੋਰ ਨੂੰ ਜਿਹੜਾ ਨਾ ਸਵਾਲ ਕੀਤਾ ਗਿਆ, ਤੁਸੀਂ ਰਾਸ਼ਟਰੀਆ ਗੀਤ ਲਿਖਿਆ ਹੈ, ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਸੀ? ਕਹਿਣ ਲੱਗੇ, ਮੈਂ ਸਮਝਦਾ ਹਾਂ ਕਿ ਜਿਹੜਾ ਬਾਬਾ ਨਾਨਕ ਨੇ ਆਰਤੀ ਵਾਲਾ ਸ਼ਬਦ ਉਚਾਰਨ ਧਨਾਸਰੀ ਰਾਗ ਦੇ ਅੰਦਰ ਕੀਤਾ ਹੈ, ਇਸ ਤੋਂ ਵੱਡਾ ਰਾਸ਼ਟਰੀਆ ਗੀਤ ਕੋਈ ਹੋਰ ਹੋ ਹੀ ਨਹੀਂ ਸਕਦਾ। ਰਾਸ਼ਟਰੀਆ ਗੀਤ ਇਸ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ। ਤੇ ਜੇ ਇਹ ਗੀਤ, ਇਹ ਸ਼ਬਦ, ਇਹ ਪਾਵਨ ਗੁਰੂ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ ਤੇ ਸਾਧ ਸੰਗਤ ਸਮਝ ਆ ਜਾਵੇ, ਕੋਈ ਇੱਛਾ ਨਹੀਂ, ਕੋਈ ਨੀਵਾ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਹਿੰਦੂ ਨਹੀਂ, ਸਾਰੇ ਇੱਕ ਬਰਾਬਰ ਨੇ। ਕਿਉਂਕਿ ਬਾਬੇ ਨੇ ਕਹਿ ਦਿੱਤਾ ਸੀ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਬਸ ਆਹ ਗੱਲ ਧਿਆਨ ਵਿੱਚ ਰੱਖਣੀ, ਗੁਰੂ ਦੀ ਸਿੱਖਿਆ ਨਾਲ ਇਹ ਜੋਤ ਅੰਦਰ ਪ੍ਰਗਟ ਹੁੰਦੀ। ਸਾਧ ਸੰਗਤ
ਬਾਬਾ ਨਾਨਕ ਮੱਕੇ ਵਿੱਚ ਗਏ। ਤੇ ਮੈਂ ਬੇਨਤੀ ਕਰਾਂ, ਹੁਣ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਕੋਈ ਉਲੰਘਣ ਦਾ ਯਤਨ ਕਰੇ, ਜਾਂ ਕਿਸੇ ਗੁਰੂ ਘਰ ਵਿੱਚ ਵੀ ਕੋਈ ਗੁਰੂ ਘਰ ਦੀ ਮਰਿਆਦਾ ਨੂੰ ਉਲੰਘਣ ਦਾ ਯਤਨ ਕਰੇ, ਗੁੱਸਾ ਤਾਂ ਸਾਨੂੰ ਵੀ ਆਉਂਦਾ ਹੈ ਨਾ। ਪਰ ਬਾਬਾ ਜੀ ਨੇ ਉੱਥੇ ਜਾ ਕੇ ਜਿਹੜਾ ਕੌਤਕ ਵਰਤਾਇਆ ਹੈ, ਨਾ ਸਾਧ ਸੰਗਤ ਮੱਖੇ ਦੀ ਹੇਠੀ ਕੀਤੀ, ਨਾ ਕਾਜ਼ੀਆਂ ਦੀ ਹੇਠੀ ਕੀਤੀ, ਬਲਕਿ ਉਹਨਾਂ ਨੂੰ ਸਮਝਾਇਆ ਕਿ ਆਪਾਂ ਪੜ੍ਹਦੇ ਹਾਂ ਨਾ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਚ, ਕੂਜਾ ਬਾਂਗ ਮੁਸੱਲਾ ਧਾਰੀ। ਫਿਰ ਆਖਦੇ ਨੇ, ਬਾਬਾ ਬੈਠਾ ਜਾਏ ਮਸੀਤ ਵਿੱਚ, ਜਿੱਥੇ ਹਾਜੀ ਹਜ ਗੁਜ਼ਾਰੀ। ਜਾਂ ਬਾਬਾ ਸੁੱਤਾ ਰਾਤ ਨੂੰ, ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਇੱਥੇ ਤਸੱਲੀ ਨਹੀਂ ਹੋਈ, ਆਖਣ ਲੱਗਾ ਜੀਵਨ ਮਾਰੀ ਲੱਤ ਦੀ, ਜਿਹੜਾ ਕਿਹੜਾ ਸੁੱਤਾ ਕੁਫਰ ਕੁਫਾਰੀ। ਤੇ ਨਾਲ ਹੀ ਆਖਦਾ ਹੈ, ਲੱਤਾਂ ਵੱਲ ਖੁਦਾਏ ਦੇ, ਕਿਉਂ ਕਰ ਹੋਏ ਪਿਆ ਬਜਗਾਰੀ, ਟੰਗੋ ਪਕੜ ਘਸੀਟਿਆ। ਕਿੰਨੇ ਜੀਵਨ ਨੇ ਫਿਰਿਆ ਮੱਕਾ ਕਲਾ ਦਿਖਾਰੀ। ਤੁਲਸਾ ਨੇ ਕੇਵਲ ਦਾਸੀ ਨੇ ਸਤਿਗੁਰਾਂ ਦੇ ਚਰਨਾਂ ਨਾਲ ਆਪਣਾ ਮਸਤਕ ਹੀ ਲਾਇਆ ਸੀ ਨਾ, ਤੇ ਪੁਕਾਰ ਉੱਠੀ, ਆਖਣ ਲੱਗੀ, ਮਾਂ ਤੇਰਾ ਪੁੱਤਰ ਇੱਥੇ ਨਹੀਂ। ਅਗਲੀ ਗੱਲ ਅਜੇ ਕਰਨੀ ਸੀ। ਮਾਂ ਨੇ ਆ ਕੇ ਵੇਖਿਆ, ਬਾਬਾ ਨਾਨਕ ਜੀ ਨੇ ਮੂੰਹ ਤੋਂ ਕੱਪੜਾ ਲਾਇਆ ਤੇ ਆਖਣ ਲੱਗੇ, ਝੱਲੀ। ਆਖਦੀ ਹੈ ਕਿ ਬਾਬਾ ਨਾਨਕ ਇੱਥੇ ਨਹੀਂ। ਤੇ ਮਹਾਰਾਜ ਆਖਣ ਲੱਗੇ, ਮਾਂ ਹੈ ਤਾਂ ਚੱਲੀ, ਪਰ ਵਾਹਿਗੁਰੂ ਦੇ ਦਰ ਤੇ ਸਵੱਲੀ। ਧਿਆਨ ਦੇਵਿਓ, ਵਾਹਿਗੁਰੂ ਦੇ ਦਰ ਤੇ ਸਵੱਲੀ। ਜੀਵਨ ਨੇ ਲੱਤ ਮਾਰੀ ਤੇ ਲੱਤ ਮਹਾਰਾਜ ਦੇ ਸਰੀਰ ਨਾਲ ਲੱਗੀ ਤੇ ਸਤਿਗੁਰੂ ਦੀ ਕਿਰਪਾ ਵਰਤੀ। ਉਹੋ ਹੀ ਜੀਵਨ ਪੁਕਾਰਨ ਲੱਗ ਪਿਆ, ਆਖਣ ਲੱਗਾ, ਲੋਕੋ ਮੱਕਾ ਘੁੰਮ ਗਿਆ। ਕਿਉਂਕਿ ਉਸ ਦਾ ਜਿਹੜਾ ਸੀ ਨਾ ਦਿਮਾਗ ਰੋਸ਼ਨ ਹੋ ਗਿਆ, ਉਸ ਦਾ ਅੰਦਰ ਰੋਸ਼ਨ ਹੋ ਗਿਆ। ਉਹਨੂੰ ਨਜ਼ਰ ਆ ਗਿਆ ਕਿ ਕੇਵਲ ਮੱਕੇ ਵਿੱਚ ਰੱਬ ਨਹੀਂ, ਵਾਹਿਗੁਰੂ ਸਾਰੀਆਂ ਜਗ੍ਹਾ ਤੇ ਹੈ। ਮਹਾਰਾਜ ਨੇ ਜਿਹੜਾ ਭਾਣਾ ਜਗਨਨਾਥਪੁਰੀ ਦੇ ਅੰਦਰ ਵਰਤਾਇਆ, ਜਾਂ ਸੁਲਤਾਨਪੁਰ ਦੀ ਮਸਜਿਦ ਦੇ ਅੰਦਰ ਵਰਤਾਇਆ, ਜਾਂ ਮੱਕੇ ਦੇ ਅੰਦਰ ਵਰਤਾਇਆ, ਸਤਿਗੁਰੂ ਦਾ ਮਕਸਦ ਨਹੀਂ ਸੀ ਕੋਈ ਵੀ ਕਿ ਮੈਂ ਇਹਨਾਂ ਦੇ ਧਰਮ ਸਥਾਨਾਂ ਦੀ ਕੋਈ ਨਿੰਦਿਆ ਕਰਨੀ ਹੈ ਜਾਂ ਇਹਨਾਂ ਦੀ ਮਰਿਆਦਾ ਨੂੰ ਭਰਨਾ ਹੈ। ਕੇਵਲ ਇਹ ਦੱਸਣਾ ਸੀ, ਕਿਉਂਕਿ ਜਦੋਂ ਸਾਰੇ ਕਾਜੀ ਮੁੱਲਾ ਇਕੱਠੇ ਹੋ ਗਏ, ਆਖਣ ਲੱਗੇ, ਬਾਬਾ ਸਾਡੇ ਮਨ ਦੇ ਵਿੱਚ ਖਿਆਲ ਹੈ, ਵੱਡਾ ਹਿੰਦੂ ਕਿ ਮੁਸਲਮਾਨ। ਹੁਣ ਉਹਨਾਂ ਨੂੰ ਸੀ ਵੀ ਬਾਬਾ ਸਾਡੇ ਅਸਥਾਨ ਤੇ ਖੜਾ ਹੋਇਆ, ਕਿਉਂਕਿ ਕਈ ਵਾਰੀ ਬਹੁਤ ਸਾਰੇ ਬੰਦੇ ਜਿਹੜੇ ਧਾਰਮਿਕ ਵਾਂਦੇ ਨੇ, ਮੌਕੇ ਦੇ ਮੁਤਾਬਕ ਬਦਲ ਜਾਂਦੇ ਨੇ, ਜਿੱਥੇ ਖੜੇ ਹੋਣ ਉੱਥੋਂ ਦੀ ਗੱਲ ਕਰਦੇ ਨੇ। ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ। ਉਹਨਾਂ ਦੀ ਹਾਲਤ ਇਹ ਹੁੰਦੀ। ਉਹਨਾਂ ਨੇ ਸੋਚਿਆ, ਹਕੂਮਤ ਸਾਡੀ, ਕਾਜੀ ਸਾਡਾ, ਮੰਦਰ ਸਾਡਾ, ਸਾਡਾ ਅਸਥਾਨ, ਤੇ ਬਾਬਾ ਸਾਡੀ ਗੱਲ ਕਰੇਗਾ। ਪਰ ਬਾਬੇ ਨੇ ਉਸ ਵੇਲੇ ਕੀ ਆਖਿਆ ਸੀ? ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ। ਪੁੱਛਣ ਫੋਲ ਕਿਤਾਬ ਨੂੰ, ਵੱਡਾ ਹਿੰਦੂ ਕਿ ਮੁਸਲਮਾਨ ਹੋਈ। ਦੱਸ ਸਾਨੂੰ ਬਾਬਾ, ਵੱਡਾ ਹਿੰਦੂ ਹੈ ਜਾਂ ਮੁਸਲਮਾਨ? ਤੇ ਬਾਬੇ ਨੇ ਕੀ ਆਖਿਆ ਸੀ? ਬਾਬਾ ਆਖੇ ਹਾਜੀਆਂ, 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 ਬਾਬਾ ਆਖੇ ਹਾਜੀਆਂ। ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਸੁਭੇ ਅਮਲਾ ਬਾਜੋ ਦੋਨੋਂ ਰੋਈ, ਸੁਭੇ ਅਮਲਾ ਬਾਜੋ। ਕੱਚਾ ਰੰਗ ਕਸੁੰਭ ਦਾ, ਪਾਣੀ ਧੋਤੇ ਥਿਰ ਨ ਰਹੋਈ। ਪਰ ਨਾਲ ਹੀ ਆਖਦੇ ਨੇ, ਹਿੰਦੂ ਮੁਸਲਮਾਨ ਦੋਏ,
ਦਰਗਾਹ ਅੰਦਰ ਲੈਣ ਨਾ ਢੋਈ, ਕਰਨ ਬਖੀਲੀ ਆਪ ਵਿੱਚ, ਰਾਮ ਰਹੀਮ ਇੱਕ ਥਾਏ ਖਲੋਈ, ਰਾਹ ਸ਼ੈਤਾਨੀ ਦੁਨੀਆ ਗੋਈ। ਬਾਬੇ ਨੇ ਆਖਿਆ ਸ਼ੁਭ ਅਮਲ ਕਰੋ। ਤੇ ਸਾਧ ਸੰਗਤ, ਬਾਬੇ ਨਾਨਕ ਦਾ ਸੰਦੇਸ਼ ਹੀ ਦੁਨੀਆ ਨੂੰ ਇਹ ਸੀ ਕਿ ਅਮਲਾਂ ਤੋਂ ਬਗੈਰ ਨਹੀਂ, ਕਿਉਂਕਿ ਕਰਨੀ ਬਾਝੋ ਤਰੇ ਨਾ ਕੋਈ, ਸਭਨਾ ਕਾਦਰ ਲੇਖਾ ਹੋਈ। ਸਭਨਾ ਕਾਦਰ ਲੇਖਾ ਹੋਈ, ਕਰਨੀ ਬਾਝੋਂ ਤਰੇ ਨਾ ਕੋਈ। ਤੇ ਇਸੇ ਵਾਸਤੇ ਆਖਿਆ, ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਏ ਆਪਣਾ, ਸਾ ਕਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਤਵੇਹਾ ਪਾਸਾ ਢਾਲੀਐ, ਜੋ ਸਾਹਿਬ ਨਾਲ ਨਾ ਹਾਰੀਐ। ਤਵੇਹਾ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਐ। ਲਾਹੇ ਦਾ ਕੰਮ ਜਿਹੜਾ ਉਸ ਉੱਤੇ ਮਿਹਨਤ ਕਰੀਏ, ਜਿਸ ਵਿੱਚੋਂ ਲਾਹਾ ਪ੍ਰਾਪਤ ਹੋਣਾ। ਤੇ ਮਹਾਰਾਜ ਕਿਰਪਾ ਕਰਦੇ ਨੇ, ਉਹ ਮਾਲਕ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਨਾ, ਸਾਰਿਆਂ ਦੇ ਵਿੱਚ ਵਰਤ ਰਿਹਾ, ਸਾਰਿਆਂ ਵਿੱਚ ਉਸ ਦੀ ਜੋਤ ਹੈ। ਆ ਅਸੀਂ ਬੜੀ ਵਾਰੀ ਕਹਿੰਦੇ ਹਾਂ, ਗੁਰੂ ਮਹਾਰਾਜ ਨੇ ਲੱਤ ਦਾ ਜਵਾਬ ਮੱਤ ਨਾਲ ਦਿੱਤਾ। ਲੱਤ ਦਾ ਜਵਾਬ ਲੱਤ ਨਾਲ ਨਹੀਂ, ਪਰ ਅੱਜ ਮੱਤ ਨਾਲ ਦੇਣ ਦੀ ਬਜਾਏ ਲੱਤਾਂ ਦੀ ਜਗ੍ਹਾ ਲੱਤਾਂ ਹੀ ਵਰਤੀਆਂ ਜਾ ਰਹੀਆਂ। ਫਿਰ ਧਿਆਨ ਦੇਵੋ, ਚਾਹੀਦਾ ਸੀ ਬਾਬਾ ਨਾਨਕ ਦੀ ਵਿਚਾਰਧਾਰਾ ਨੂੰ ਅਸੀਂ ਸਾਰੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਦੇ। ਤੇ ਸਾਧ ਸੰਗਤ, ਲੱਤਾਂ ਮਾਰਨ ਵਾਲਿਆਂ ਨੂੰ ਵੀ ਜਵਾਬ ਮੱਤ ਨਾਲ ਦਿੰਦੇ, ਭਾਵੇਂ ਕਾਜੀ ਹੋਵੇ ਜਿਉਣ ਤੇ ਭਾਵੇਂ ਬਾਬਾ ਦਾਤੂ ਜੀ ਹੋਣ। ਮਹਾਰਾਜ ਨੇ ਲੱਤ ਮਾਰਨ ਤੋਂ ਬਾਅਦ ਵੀ ਲੱਤ ਫੜ ਲਈ ਸੀ। ਆਖਿਆ, ਗੁਰੂ ਪੁੱਤਰੋ, ਸਰੀਰ ਬੁੱਢਾ ਹੈ, ਤੁਹਾਡੇ ਸਰੀਰ ਦੇ ਅੰਗ ਕੋਮਲ ਨੇ, ਤੁਹਾਨੂੰ ਦੁੱਖ ਹੋਇਆ ਹੋਵੇਗਾ, ਪਰ ਮੇਰੇ ਪ੍ਰਤੀ ਹੁਕਮ ਕਰੋ। ਬਾਬਾ ਦਾਤੂ ਜੀ ਨੇ ਉਹ ਗੱਲ ਕਹੀ ਨਾ, ਮੈਂ ਬੇਨਤੀ ਕਰਿਆ, ਸਿਰਫ ਇਹ ਕਹੀ ਜਾਣਾ ਵੀ ਸਾਰਿਆਂ ਵਿੱਚ ਰੱਬ ਦੀ ਜੋਤ ਹੈ, ਪ੍ਰਮਾਣ ਜਿੰਨੇ ਮਰਜੀ ਮੈਂ ਵੀ ਦੇ ਦਿਆਂ, ਤੁਸੀਂ ਵੀ ਦੇ ਦੇਵੋਗੇ। ਘਟ ਘਟ ਮੈਂ ਹਰ ਜੂ ਬੰਸੈ, ਸੰਤਨ ਕਹਿਓ ਪੁਕਾਰ, ਸਭੇ ਕਟ ਰਾਮ ਬੋਲੇ, ਰਾਮਾ ਬੋਲੇ। ਕਿੰਨੇ ਸ਼ਬਦ ਨੇ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਿਓ ਸਭ ਠਾਈ। ਇੱਥੇ ਮਹਾਰਾਜ ਆਖਦੇ ਨੇ, ਸੱਚੇ ਮਾਲਕ ਵਾਹਿਗੁਰੂ ਪਰਮਾਤਮਾ ਜੀ, ਸੱਚੇ ਪਾਤਸ਼ਾਹ, ਤੂੰ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਸਾਰਿਆਂ ਵਿੱਚ ਤੇਰੀ ਜੋਤ ਹੈ, ਤੇ ਸਾਰੇ ਤੇਰੇ ਨੂੰ ਦਿਨ ਰਾਤ ਧਿਆ ਰਹੇ ਹਨ। ਸਭ ਤੁਝ ਹੀ ਥਾਵ ਮੰਗਦੀ ਮੇਰੇ ਸਾਹਾ, ਤੂੰ ਸਭਨਾ ਕਰਹਿ ਇੱਕ ਦਾਤ। ਸਾਰੇ ਤੇਰੇ ਦਰ ਦੇ ਮੰਗਤੇ ਨੇ, ਤੇਰੇ ਕੋਲੋਂ ਮੰਗਦੇ ਨੇ, ਤੇ ਕੇਵਲ ਤੂੰ ਹੈ ਜਿਹੜਾ ਇਕੱਲਾ ਹੀ ਸਾਰਿਆਂ ਨੂੰ ਦਾਤਾ ਦੇ ਰਿਹਾ। ਜਾਚਕ ਅਨੇਕ ਸੋ ਏਕ ਦਵਈਆ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਸਤਿਗੁਰਾਂ ਦੀ ਮੰਗਣੀ ਹੋਈ ਤੇ ਸਾਧ ਸੰਗਤ, ਸਭਨਾਂ ਨੂੰ ਮਹਾਰਾਜ ਨੇ ਖੁਸ਼ ਕੀਤਾ। ਵਾਰੀ ਆਈ ਭਾਈ ਮਰਦਾਨਾ ਜੀ ਦੀ। ਭਾਈ ਮਰਦਾਨਾ ਜੀ ਨੇ ਵੀ ਝੋਲੀ ਅੱਡੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜੀ, ਤੈਨੂੰ ਉਹ ਦਾਤ ਦੇਣੀ ਹੈ ਜਿਸ ਦਾਤ ਦੇ ਨਾਲ ਤੇਰਾ ਨਹੀਂ, ਤੇਰੇ ਪਰਿਵਾਰ ਦੀਆਂ, ਤੇਰੀਆਂ ਕੁੱਲਾਂ ਦੀਆਂ ਵੀ ਭੁੱਖਾਂ ਮਿਟ ਜਾਣਗੀਆਂ। ਭਾਈ ਜੀ ਹੈਰਾਨ ਨੇ। ਵੇਖੋ, ਉਹਨੂੰ ਰਾਗ ਦੀ ਸੋਝੀ ਸੀ। ਰਾਗ ਭਾਈ ਮਰਦਾਨਾ ਜੀ ਗਾਉਂਦੇ ਸੀ, ਰਬਾਬ ਵਜਾਉਂਦੇ ਸੀ, ਰਬਾਬੀ ਬਹੁਤ ਚੰਗੇ ਸੀ। ਪਰ ਸਤਿਗੁਰੂ ਮਹਾਰਾਜ ਨੇ ਇੰਨਾ ਹੀ ਕਿਹਾ ਸੀ ਨਾ, ਨਾਮ ਤੇਰਾ ਦਾਨਾ ਹੈ। ਰਾਗ ਵਿੱਚ ਸ਼ਬਦ ਨੂੰ ਪਾ ਕੇ ਗਾ, ਮਰਦਾਨਾ ਬਣ ਜਾਵੇਗਾ। ਰਾਗ ਨੂੰ, ਕਿਉਂਕਿ ਫਰਿੰਦੇ ਨੇ ਵੀ ਇਹੋ ਗੱਲ ਕਹੀ ਸੀ ਨਾ ਜਦੋਂ ਰਬਾਬ ਦਿੱਤੀ ਸੀ। ਆਖਣ ਲੱਗੇ ਕੀਮਤ, ਤੇ ਫਰਿੰਦਾ ਕਹਿਣ ਲੱਗਾ ਕੋਈ ਕੀਮਤ ਨਹੀਂ। ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬੇ ਨੇ ਮੈਨੂੰ ਪੈਸੇ ਦੇ ਕੇ ਭੇਜਿਆ, ਭੈਣ ਜੀ ਨੇ ਹਿੱਸਾ ਪਾਇਆ। ਹਾਲੇ ਕਿ 760 ਰੁਪਏ ਬਾਬਾ ਜੀ ਦੇ ਬਚੇ ਸੀ,
ਪਰ ਬਾਬਾ ਜੀ ਨੇ ਕਹਿ ਦਿੱਤਾ ਸੀ ਨਵਾਬ ਨੂੰ, ਲੋੜਵੰਦਾਂ ਦੇ ਅੰਦਰ ਵੰਡ ਦਿਓ। ਤੇ ਜਦੋਂ ਰਬਾਬ ਦੇ ਪੈਸੇ ਲੈਣ ਲਈ ਭੇਜਿਆ ਭੈਣ ਦੇ ਘਰ, ਕਿਉਂ ਭੈਣੋ ਤੁਹਾਡਾ ਹਿੱਸਾ ਪਾਇਆ। ਬੀਬੀਆਂ ਨੂੰ ਪ੍ਰਚਾਰ ਵਿੱਚ ਸ਼ਾਮਲ ਕੀਤਾ। ਸਤਿਗੁਰੂ ਮਹਾਰਾਜ ਨੇ ਭੇਜਿਆ ਭੈਣ ਜੀ ਕੋਲੋਂ ਪੈਸੇ ਲੈ ਕੇ ਫਿਰੰਦੇ ਕੋਲ, ਰਬਾਬ ਮਿਲ ਗਈ। ਪਰ ਰਬਾਬ ਦੇਣ ਤੋਂ ਪਹਿਲਾਂ ਪੁੱਛਿਆ, ਰਬਾਬ ਕਿੱਥੇ ਵਜਾਣੀ ਆ? ਕਹਿਣ ਲੱਗਾ ਮੇਰਾ ਮੁਰਸ਼ਿਦ ਬਾਬਾ ਨਾਨਕ ਹੈ, ਉਸ ਦੇ ਅੱਗੇ ਵਜਾ ਰਹੀ। ਤੇ ਆਖਣ ਲੱਗੇ ਇਸ ਦੀ ਭੇਟਾ ਬਸ ਇੰਨੀ ਹੈ, ਇਹ ਰਬਾਬ ਕੇਵਲ ਤੇ ਕੇਵਲ ਬਾਬਾ ਨਾਨਕ ਦੇ ਅੱਗੇ ਵੱਜੇ, ਕਿਸੇ ਹੋਰ ਦੇ ਅੱਗੇ ਨਹੀਂ। ਇਹ ਰਬਾਬ ਬਾਬਾ ਨਾਨਕ ਦੇ ਅੱਗੇ ਵੱਜਣੀ ਚਾਹੀਦੀ। ਤੇ ਬਾਬੇ ਨੇ ਆਖਿਆ ਤੈਨੂੰ ਦਾਤ ਦੇਣੀ ਬਹੁਤ ਵੱਡੀ। ਆਖਣ ਲੱਗੇ ਬਾਬਾ ਕਿਰਪਾ ਕਰ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਕੀਰਤਨ ਦੀ ਦਾਤ ਤੇਰੀ ਝੋਲੀ ਦੇ ਵਿੱਚ ਪਾਈ। ਕਿਉਂਕਿ ਬਾਬਾ ਰਾਗ ਜਾਣਦਾ ਭਾਈ ਮਰਦਾਨਾ ਜੀ, ਤੇ ਗੁਰੂ ਮਹਾਰਾਜ ਨੇ ਕੀਰਤਨ ਦੀ ਦਾਤ ਦਿੱਤੀ। ਆਖਣ ਲੱਗਾ ਬਾਬਾ ਜੀ ਮੇਰੇ ਪ੍ਰਤੀ ਹੁਕਮ। ਤੇ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਅੱਜ ਤੋਂ ਬਾਅਦ ਕਿਸੇ ਦੇ ਵੱਟ ਬੰਨੇ ਤੇ ਨਹੀਂ ਜਾਣਾ, ਕਿਉਂਕਿ ਪੁਸ਼ਤੀ ਜੱਦੀ ਖਾਨੀ ਇਹੋ ਕੰਮ ਸੀ ਨਾ, ਵੀ ਲੋਕਾਂ ਦੀ ਉਸਤਤ ਕਰਨੀ, ਖੇਤਾਂ ਵਿੱਚ ਜਾ ਕੇ, ਦੁਕਾਨਾਂ ਤੇ ਜਾ ਕੇ, ਉਹਨਾਂ ਦੇ ਦਰ ਤੇ ਜਾ ਕੇ ਉਹਨਾਂ ਨੇ ਪੈਸੇ ਦੇਣੇ। ਤੇ ਕਹਿਣ ਲੱਗੇ ਬਾਬਾ ਜੀ ਗੁਜ਼ਾਰਾ ਕਿਵੇਂ ਚੱਲੇਗਾ, ਗੁਜ਼ਾਰਾ ਕਿਵੇਂ ਚੱਲੇਗਾ? ਤੇ ਮਹਾਰਾਜ ਕਹਿਣ ਲੱਗੇ ਸਾਰੀਆਂ ਦਾਤਾਂ ਵਾਹਿਗੁਰੂ ਤੇਰੇ ਉੱਤੇ ਕਿਰਪਾ ਕਰੇਗਾ, ਤੈਨੂੰ ਜੀਵਨ ਦੇ ਅੰਦਰ ਪ੍ਰਾਪਤ ਹੋਣਗੀਆਂ। ਸ਼ੁਕਰਾਨਾ ਗੁਰੂ ਨਾਨਕ ਪਾਤਸ਼ਾਹ ਦਾ ਕਰਨਾ ਚਾਹੁੰਦਾ ਹੈ, ਪਰ ਬਾਬਾ ਜੀ ਕਹਿਣ ਲੱਗੇ ਸ਼ੁਕਰਾਨਾ ਉਸ ਦਾ ਕਰ ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦੇਂਦਾ ਦੇ ਲੈਂਦੇ ਠਗ ਪਾਏ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਸਾਰੇ ਤੇਰੇ ਦਰ ਦੇ ਮੰਗਤੇ ਨੇ। ਤੂੰ ਇੱਕ ਪਾਤਸ਼ਾਹ ਹੈ, ਦਾਤਾ ਹੈ, ਜਿਹੜਾ ਸਾਰੇ ਜੀਵਾਂ ਨੂੰ ਦਾਤਾ ਦੇ ਰਿਹਾ ਹੈ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀ। ਸਭ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ। ਹੁਣ ਇਸ ਦਾ ਭਾਵ ਹੈ ਸਾਰੇ ਤੇਰੇ ਹੁਕਮ ਵਿੱਚ ਨੇ। ਵਾਹਿਗੁਰੂ ਜੀ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜਿਉਂ ਜੋ ਤੇਰਾ ਹੁਕਮ ਤਿਵੈ ਤਿਵ ਹੋਮਨਾ, ਕੀਤਾ ਕਰਨਾ ਸਰਬਰ ਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉਂ ਹਰ ਭਾਵੈ ਤਿਉਂ ਰਖੀਐ। ਮੇਰੇ ਹਰ ਜਿਉ ਸਭ ਕੋ ਤੇਰੇ ਵਸ, ਸਭ ਤੁਝ ਹੀ ਵਿੱਚ ਹੈ, ਸਭ ਕੋ ਤੁਝ ਵਿੱਚ ਹੈ। ਮੇਰੇ ਸ਼ਾਹਾ ਸਭ ਤੁਵੇਂ ਤੁਝੇ ਧਿਆਵੇਂ, ਤੁਝ ਤੇ ਬਾਹਰ ਕੋਈ ਨਾ ਹੈ। ਸਾਰੇ ਤੇਰੇ ਹੁਕਮ ਵਿੱਚ ਨੇ। ਵਾਹਿਗੁਰੂ ਜੀ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ। ਕਿਉਂਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬੋ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਕਿਉਂਕਿ ਆਪਾਂ ਪੜ੍ਹਦੇ ਹਨ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਸਾਰੇ ਜੀਵ ਤੇਰੇ ਹੁਕਮ ਵਿੱਚ ਨੇ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ। ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ। ਸਾਰੇ ਜੀਵ ਤੇਰੇ ਨੇ ਮੇਰੇ ਪਾਤਸ਼ਾਹ ਜੀ, ਤੇ ਸਾਰਿਆਂ ਵਿੱਚ ਤੂੰ ਹੈ। ਤੇਰੇ ਤੋਂ ਪੈਦਾ ਹੋ ਕੇ ਸਾਰੇ ਤੇਰੇ ਵਿੱਚ ਹੀ ਸਮਾ ਜਾਂਦੇ ਨੇ। ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੈ, ਨਿਆਰੇ ਨਿਆਰੇ ਹੋਏ ਕੈ आग में मिलाहेंगे। जैसे एक धूर ते अनेक धूर पूरत हैं, धूर के कुनूका सबे धूर ही समाएंगे। फिर आखदे ने जैसे एक नद ते तरंग कोट उपजत हैं, पान के तरंग सबे पान ही कहाएंगे। तैसे विश्व रूप ते अभूत भूत प्रगट होए, भूत अभूत प्रगट होए, ताही ते उपज सबे ताही मैं समाहेंगे। सारे जीव वाहिगुरु परमात्मा जी तेरे तो बरे ने, सारे जी तेरे हन, सारियां विच तू है, ते अंत विच सारियां ने तेरे विच ही समा जाना है। सबना की तू आस है मेरे प्यारे, सब तुझे त्याव है मेरे साह। हे मेरे पातशाह सारे जीवां नूं तेरे ते ही आस है, क्योंकि तू ही इच्छा पूरक है।
ਸਾਰੀਆਂ ਇੱਛਾ ਤੇਰੀ ਕਿਰਪਾ ਦੇ ਨਾਲ ਹੀ ਪੂਰੀਆਂ ਹੁੰਦੀਆਂ ਨੇ। ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਮਹਾਰਾਜ ਆਖਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾ ਸਰਬ ਸੁਖ ਪਾਵੈ ਮੇਰੇ ਮਨਾ। ਮਹਾਰਾਜ ਕਿਰਪਾ ਕਰਦੇ ਨੇ ਸਾਰੇ ਜੀਵਾਂ ਨੂੰ ਤੇਰੀ ਹੀ ਆਸ ਹੈ। ਭਾਵ ਸਾਰੇ ਇਸ਼ਾਵਾ ਤੇਰੇ ਕੋਲੋਂ ਹੀ ਪੂਰੀਆਂ ਕਰਦੇ ਨੇ ਤੇ ਸਾਰੇ ਜੀਵ ਤੇਰਾ ਹੀ ਧਿਆਨ ਧਰ ਰਹੇ ਨੇ। ਤੁਝੇ ਧਿਆਵੇਂ ਮੇਰੇ ਸ਼ਾਹਾ। ਸਾਰੇ ਜਿਹੜੇ ਜੀਵ ਨੇ ਨਾ ਤੇਰੇ ਪੈਦਾ ਕੀਤੇ ਹੋਏ ਤੇਰਾ ਹੀ ਧਿਆਨ ਧਰ ਰਹੇ ਨੇ, ਤੇਰੇ ਹੀ ਧਿਆਨ ਵਿੱਚ ਜੁੜੇ ਹੋਏ ਨੇ। ਸਾਰਿਆਂ ਨੂੰ ਤੇਰੇ ਤੇ ਹੀ ਆਸ ਹੈ, ਸਾਰੇ ਤੇਰੇ ਨਾਲ ਹੀ ਜੁੜੇ ਹੋਏ ਹਨ। ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਤੇ ਹੁਣ ਸਾਧ ਸੰਗਤ, ਇਹ ਹੈ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰਨ ਦਾ ਢੰਗ। ਪਹਿਲਾਂ ਵਾਹਿਗੁਰੂ ਦੀਆਂ ਸਿਫਤਾਂ ਕੀਤੀਆਂ, ਵਾਹਿਗੁਰੂ ਮਹਾਰਾਜ ਦੇ ਗੁਣ ਗਾਏ ਤੇ ਅਖੀਰ ਵਿੱਚ ਆਖਿਆ ਜਿਉ ਭਾਵੈ ਤਿਉ ਰਾਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਅਖੀਰ ਵਿੱਚ ਕਿਰਪਾ ਕਰ ਰਹੇ ਨੇ ਕਿ ਐ ਮੇਰੇ ਸੱਚੇ ਪਾਤਸ਼ਾਹ, ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ, ਪ੍ਰਭੂ ਜੀ ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੈਨੂੰ ਰੱਖ। ਆਪਣੀ ਮਰਜ਼ੀ ਨਹੀਂ, ਜਿਵੇਂ ਤੈਨੂੰ ਚੰਗਾ ਲੱਗੇ। ਜਿਉ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ RAM ਰਾਜੇ। ਜਿਵੇਂ ਤੈਨੂੰ ਚੰਗਾ ਲੱਗੇ ਉਵੇਂ ਹੀ ਮੈਨੂੰ ਆਪਣੇ ਨਾਲ ਜੋੜੀ ਰੱਖ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਆਪਣੀ ਕਿਰਪਾ ਦਾ ਪਾਤਰ ਜਿਹੜਾ ਹੈ ਨਾ ਉਹ ਜੀਵਨ ਦੇ ਅੰਦਰ ਬਣਾਈ ਰੱਖ, ਕਿਉਂਕਿ ਮੇਰੀ ਹਸਤੀ ਤੇਰੇ ਤੋਂ ਬਗੈਰ ਨੇ, ਤੁਧ ਬਿਨ ਦੂਜਾ ਨਾਹੀ ਕੋਏ। ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ। ਸਦਾ ਸਦਾ ਜਪ ਨਾਨਕ ਏਕ। ਕਿਉਂਕਿ ਆਪਾਂ ਜਾਣਦੇ ਹਾਂ ਸਾਡੀ ਮਰਜ਼ੀ ਨਹੀਂ ਚੱਲਣੀ, ਮਰਜ਼ੀ ਵਾਹਿਗੁਰੂ ਪਰਮਾਤਮਾ ਦੀ ਚੱਲਣੀ। ਮਹਾਰਾਜ ਨੇ ਇੱਕ ਬਚਨ ਕਿਹਾ ਹੈ, ਪਾਤਸ਼ਾਹ ਜੀ ਆਖਦੇ ਨੇ ਅਸੀਂ ਸਲਾਹ ਕਰਦੇ ਹਾਂ ਵੀ ਅਸੀਂ ਫਲਾਣੇ ਪਾਸੇ ਜਾਣਾ ਹੈ, ਪਰ ਵਾਹਿਗੁਰੂ ਦੀ ਮਰਜ਼ੀ ਨਹੀਂ। ਉਹ ਕਹਿੰਦਾ ਨਹੀਂ ਮੈਂ ਤੈਨੂੰ ਹੋਰ ਪਾਸੇ ਲੈ ਕੇ ਜਾਣਾ। ਕੀ ਵਾਹਿਗੁਰੂ ਦੀ ਮਰਜ਼ੀ ਚੱਲੇਗੀ ਜਾਂ ਸਾਡੀ ਮਰਜ਼ੀ ਚੱਲੇਗੀ? ਵਾਹਿਗੁਰੂ ਦੀ। ਕਿਉਂਕਿ ਮਤਾ ਕਰੇ ਪਸ਼ਚਮ ਕੈ ਤਾਈ, ਪੂਰਬ ਹੀ ਲੈ ਜਾਤ। ਅਸੀਂ ਆਪਣੀ ਮਤ ਦੇ ਮੁਤਾਬਕ ਮਤਾ ਕਰਦੇ ਹਾਂ, ਸਲਾਹ ਕਰਦੇ ਹਾਂ ਕਿ ਅਸੀਂ ਪਸ਼ਚਮ ਵਾਲੇ ਪਾਸੇ ਜਾਣਾ ਹੈ, ਪਰ ਉਹ ਆਖਦਾ ਨਹੀਂ ਪੂਰਬ ਵਾਲੇ ਪਾਸੇ ਜਾਓ। ਮਤਾ ਕਰੇ ਪਸ਼ਚਮ ਕੈ ਤਾਈ, ਪੂਰਬ ਹੀ ਲੈ ਜਾਤ। ਮਹਾਰਾਜ ਆਖਦੇ ਨੇ ਜੋ ਜੋ ਅਨਰੂਪਿਓ ਠਾਕੁਰ ਮੇਰੇ, ਹੋਏ ਰਹੀ ਸੋ ਬਾਤ। ਸਿਆਣਪ ਕਾਹੂ ਕਾਮ ਨਾ ਆਤ। ਸਾਡੀ ਚਤਰਾਈ, ਸਾਡੀ ਚਲਾਕੀ ਕਿਸੇ ਕੰਮ ਨਹੀਂ ਆਣੀ। ਹੋਣਾ ਉਹ ਹੈ ਜੋ ਵਾਹਿਗੁਰੂ ਪਰਮਾਤਮਾ ਨੇ ਕਰਨਾ ਹੈ। ਤੇ ਆਪਾਂ ਸਮਾਪਤੀ ਕਰੀਏ, ਸਮਾਂ ਹੋ ਚੁੱਕਾ ਹੈ। ਭਾਈ ਮਰਦਾਨਾ ਜੀ, ਕੁਝ ਵਿਦਵਾਨ ਕਹਿੰਦੇ ਨੇ 47 ਸਾਲ, ਕੁਝ 50 ਸਾਲ, ਕੁਝ 54 ਸਾਲ ਵੀ ਕਹਿੰਦੇ ਨੇ, ਪਰ ਲੰਬਾ ਸਮਾਂ ਆਪਾਂ ਕਹਿ ਲਈਏ। ਬਾਬਾ ਨਾਨਕ ਦਾ ਸਾਥ ਦਿੱਤਾ ਹੈ ਤੇ ਫਿਰ ਗੋਡੇ ਨਾਲ ਗੋਡਾ ਜੋੜ ਕੇ ਕੀਰਤਨ ਵੀ ਕਰਦੇ ਰਹੇ ਨੇ। ਸਤਿਗੁਰੂ ਮਹਾਰਾਜ ਦੇ ਨਾਲ ਕੀਰਤਨ ਵੀ ਬਹਿ ਕੇ ਨਾਲ ਕਰਦੇ ਰਹੇ ਨੇ। ਪਰ ਜਦੋਂ ਵੀ ਮਹਾਰਾਜ ਨੇ ਇੱਕ ਪੜਾਅ ਤੋਂ ਦੂਜੇ ਪੜਾਅ ਵੱਲ ਚੱਲਣਾ ਤੇ ਭਾਈ ਜੀ ਨੇ ਪੁੱਛ ਲਿਆ ਨਾ, ਬਾਬਾ ਜੀ ਹੁਣ ਕਿੱਧਰ ਜਾਣਾ ਹੈ, ਅਗਲਾ ਪ੍ਰੋਗਰਾਮ ਕੀ ਹੈ? ਤੇ ਆਪ ਜੀ ਜਨਮ ਸਾਖੀ ਦੇ ਅੰਦਰ ਜਾਂ ਇਤਿਹਾਸਕਾਰਾਂ ਦੇ ਬੋਲ ਪੜ੍ਹਦੇ ਹੋ, ਬਾਬਾ ਜੀ ਨੇ ਕੀ ਆਖਣਾ? ਆਖਣਾ ਭਾਈ ਮਰਦਾਨਾ ਜੀ
ਜਾਵਾਂਗੇ ਉਧਰ, ਜਾਵਾਂਗੇ ਉੱਥੇ ਜਿੱਥੇ ਕਰਤਾਰ ਲੈ ਜਾਏਗਾ। ਇਹ ਬਚਨ ਆਪਾਂ ਆਮ ਪੜ੍ਹਦੇ ਹਾਂ। ਜਿਉਂ ਭਾਵੈ ਤਿਉਂ ਰਾਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਮਹਾਰਾਜ ਆਖਦੇ ਨੇ ਭਾਈ ਮਰਦਾਨਾ ਜੀ, ਜਾਵਾਂਗੇ ਉਧਰ ਜਿੱਧਰ ਵਾਹਿਗੁਰੂ ਲੈ ਜਾਵੇਗਾ, ਜਿੱਧਰ ਕਰਤਾਰ ਲੈ ਜਾਵੇਗਾ। ਹੁਣ ਇੱਥੇ ਆਪਣੀ ਮਰਜ਼ੀ ਨਹੀਂ, ਇੱਥੇ ਮਰਜ਼ੀ ਵਾਹਿਗੁਰੂ ਦੀ ਹੈ। ਤੇ ਵਾਹਿਗੁਰੂ ਨੂੰ ਕੌਣ ਭਾਂਦਾ ਹੈ? ਜਿਸ ਨੂੰ ਵਾਹਿਗੁਰੂ ਦਾ ਭਾਣਾ ਭਾਂਦਾ ਹੈ। ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ ਪਾਵਨ ਬਾਣੀ ਦੇ ਅੰਦਰ। ਵਾਹਿਗੁਰੂ ਨੂੰ ਚੰਗੇ ਕੌਣ ਲੱਗਦੇ ਨੇ? ਜਿਹੜੇ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ। ਹਰ ਕੇ ਗੁਣ ਹਰ ਭਾਮਦੇ, ਸੇ ਗੁਰੂ ਤੇ ਪਾਏ। ਜਾਂ ਆਪਾਂ ਪੜ੍ਹਦੇ ਹਾਂ ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਸਤਿਗੁਰੂ ਕਿਰਪਾ ਕਰਨ ਅਸੀਂ ਸਾਧ ਸੰਗਤ ਦਾਤਾ ਵੀ ਪ੍ਰਾਪਤ ਕਰੀਏ ਤੇ ਦਾਤੇ ਨੂੰ ਵੀ ਚੇਤੇ ਕਰੀਏ। ਲੋਕ ਨਾਲ ਪਰਲੋਕ ਸੌਰੇਗਾ ਤੇ ਹਮੇਸ਼ਾ ਉਸ ਦੀ ਰਜ਼ਾ ਵਿੱਚ ਆਪਣੇ ਜੀਵਨ ਨੂੰ ਢਾਲ ਦਈਏ। ਜੀਵਨ ਵਿੱਚ ਦੁੱਖ ਆਵੇ ਸੁੱਖ ਆਵੇ, ਕੇਵਲ ਤੇ ਕੇਵਲ ਇੱਕ ਦਾ ਆਧਾਰ, ਇੱਕ ਦੀ ਟੇਕ ਆਪਣੇ ਜੀਵਨ ਦੇ ਅੰਦਰ ਮੰਨੀਏ। ਲੋਕ ਨਾਲ ਪਰਲੋਕ ਸੌਰੇਗਾ। ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਕਿਰਪਾ ਕਰਨ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵਹਿ ਮੇਰੇ ਸਾਹਾ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।